ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬੇਰੁਜ਼ਗਾਰ ਤੇ ਲਾਠੀਚਾਰਜ। ਤੇ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਸਿੰਘ ਜੀ, ਵੱਖ-ਵੱਖ ਸਰਕਾਰਾਂ ਆਉਂਦੀਆਂ ਨੇ ਤੇ ਜਿਹੜਾ ਹੈ ਵੱਡੀ ਵੱਡੀ ਨੌਕਰੀਆਂ ਦੇਣ ਦੀ, ਵੱਡੀ ਗਿਣਤੀ 'ਚ ਨੌਕਰੀਆਂ ਦੇਣ ਦੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ, ਜਦ ਕਿ ਹਕੀਕਤ ਬਿਲਕੁਲ ਇਸ ਦੇ ਉਲਟ ਜਿਹੜੀ ਹੈਗੀ ਸਭ ਦੇ ਸਾਹਮਣੇ ਆ ਰਹੀ ਹੈ। ਤੇ ਜਦੋਂ ਪੜ੍ਹੇ ਲਿਖੇ ਨੌਜਵਾਨ ਆਪਣੇ ਹੱਕ ਮੰਗਣ ਲਈ, ਆਪਣਾ ਰੁਜ਼ਗਾਰ ਮੰਗਣ ਲਈ ਸਰਕਾਰਾਂ ਦਾ ਵਿਰੋਧ ਕਰਦੇ ਨੇ ਤੇ ਉਹਨਾਂ ਨੂੰ ਬਦਲੇ 'ਚ ਮਿਲਦੀਆਂ ਨੇ ਤਾਂ ਪੁਲਿਸ ਦੀਆਂ ਡਾਂਗਾਂ। ਅਜਿਹਾ ਹੀ ਕੁਝ ਪਟਿਆਲਾ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੂਹਰੇ ਵੀ ਅੱਜ ਦੇਖਣ ਨੂੰ ਮਿਲਿਆ, ਜਿੱਥੇ ਨੌਜਵਾਨ ਪੀੜ੍ਹੀ ਦਾ ਭਵਿੱਖ ਤਿਆਰ ਕਰਨ ਵਾਲੇ ਅਧਿਆਪਕਾਂ ਵੱਲੋਂ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਬਦਲੇ 'ਚ ਪੁਲਿਸ ਵੱਲੋਂ ਉਹਨਾਂ 'ਤੇ ਲਾਠੀ ਚਾਰਜ ਕੀਤਾ ਗਿਆ, ਉਹਨਾਂ ਨੂੰ ਥਾਣਿਆਂ ਤੱਕ ਜਿਹੜਾ ਹੈ ਡੱਕਿਆ ਗਿਆ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਸੀ ਤੇ ਸਰਕਾਰ ਵੱਲੋਂ ਕਦੋਂ ਤੋਂ ਭਰਤੀਆਂ ਹੁਣ ਤੱਕ ਨਹੀਂ ਕੀਤੀਆਂ ਗਈਆਂ। ਅਸਲ ਦੇ ਵਿੱਚ ਜਿਹੜਾ ਰੁਜ਼ਗਾਰ ਦਾ ਸਵਾਲ ਹੈ ਇਹ ਬਹੁਤ ਮਹੱਤਵਪੂਰਨ ਸਵਾਲ ਹੈ, ਕਿਉਂਕਿ ਸਾਰੇ ਜਿਹੜੇ ਨੌਜਵਾਨ ਲੋਕ ਨੇ ਜਦੋਂ ਜ਼ਿੰਦਗੀ ਦੇ ਦਹਿਲੀਜ਼ 'ਤੇ ਅੱਗੇ ਪੈਰ ਧਰਦੇ ਨੇ ਤਾਂ ਸਭ ਦਾ ਇੱਕ ਸੁਪਨਾ ਹੁੰਦਾ ਕਿ ਜ਼ਿੰਦਗੀ ਬਿਹਤਰ ਜੋ ਹੋਈ ਜਾਏ। ਜ਼ਿੰਦਗੀ ਰੁਜ਼ਗਾਰ ਨਾਲ ਜੁੜੀ ਹੋਈ ਹੈ ਔਰ ਰੁਜ਼ਗਾਰ ਜੇਕਰ ਉਹਦੇ ਕੋਲ ਕੋਈ ਨਹੀਂ ਹੈ ਤਾਂ ਉਹ ਨਿਰਾਸ਼, ਫਰਸਟ੍ਰੇਟ ਹੋਏਗਾ। ਜ਼ਿੰਦਗੀ ਜਿਉਣ ਦਾ ਉਹਦੇ ਕੋਲ ਕੋਈ ਜ਼ਰੀਆ ਨਹੀਂ ਬਚਦਾ। ਇਸੇ ਕਰਕੇ ਰੁਜ਼ਗਾਰ ਮੰਗਣਾ ਜਾਂ ਇਹ ਸਭ ਦਾ ਹੱਕ ਹੈ ਕਿਸੇ ਸਮਾਜ ਦੇ ਮੈਂਬਰ ਹੋਣ ਦੇ ਨਾਤੇ, ਅਤੇ ਗੌਰਮੈਂਟਾਂ ਦੀ ਇਹ ਜ਼ਿੰਮੇਵਾਰੀ ਹੈ। ਜਦੋਂ ਗੌਰਮੈਂਟਾਂ ਦਾਅਵੇ ਕਰਦੀਆਂ ਨੇ, ਵਾਅਦੇ ਕਰਦੀਆਂ ਨੇ ਕਿ ਅਸੀਂ ਸਾਰੇ ਜਗ੍ਹਾ ਰੁਜ਼ਗਾਰ ਦਿਆਂਗੇ, ਘਰ ਘਰ ਰੁਜ਼ਗਾਰ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਪਹਿਲੀਆਂ ਸਰਕਾਰਾਂ ਨੇ ਵੀ ਕੀਤਾ ਅਤੇ ਕੇਂਦਰ ਸਰਕਾਰ ਵੀ ਕਰਦੀ ਰਹੀ ਹੈ। ਸਾਰੀਆਂ ਸਰਕਾਰਾਂ ਦਾ ਹਾਲ ਇਹੀ ਹੈ ਅਤੇ ਉਹਦੇ ਨਾਲ ਚੱਲਦੇ ਇਹ ਹੈ ਕਿ ਨੌਕਰੀਆਂ ਤੁਸੀਂ ਦਿੰਦੇ ਨਹੀਂ ਹੈ। ਨੌਕਰੀਆਂ ਸਗੋਂ ਜਿਹੜੇ ਪਹਿਲਾਂ ਜਿੰਨੀਆਂ ਮਿਲਦੀਆਂ ਸੀ ਉਹ ਵੀ ਘਟਾ ਦਿੱਤੀਆਂ ਗਈਆਂ ਨੇ ਸਰਕਾਰੀ ਖੇਤਰ 'ਚ ਵੀ, ਬਾਕੀ ਤਾਂ ਚਲੋ ਘੱਟ ਹੀ ਰਹੀਆਂ ਨੇ ਜੀ। ਔਰ ਅੱਜ ਜਦੋਂ ਸਭ ਤੋਂ ਬੜਾ ਸਵਾਲ ਇਹ ਹੈ ਕਿ ਜਦੋਂ ਉਹ ਜਿਹੜੇ ਡਿਪਲੋਮਾ ਹੋਲਡਰ, ਕੋਈ ਡਿਗਰੀ ਹੋਲਡਰ ਜਿਹੜੇ ਲੋਕ ਨੇ ਸਿੱਖਿਆ ਵਿਭਾਗ ਦੇ, ਸਿਹਤ ਵਿਭਾਗ ਦੇ ਨੌਕਰੀ ਮੰਗਦੇ ਨੇ, ਨੌਕਰੀ ਮੰਗਣ ਦੇ ਲਈ ਉਹ ਧਰਨਾ ਦਿੰਦੇ ਨੇ, ਪੀਸਫੁਲ ਧਰਨਾ ਕਿੰਨਾ ਚਿਰ ਹੋ ਗਿਆ, ਫਿਰ ਉਹ ਪ੍ਰੋਟੈਸਟ ਕਰਦੇ ਨੇ, ਇੱਕ ਮੰਗ ਕਰਦੇ ਨੇ ਵੱਡੇ ਪੱਧਰ 'ਤੇ। ਕੀ ਮੰਗ ਕਰਦੇ ਨੇ ਕਿ ਸਾਡੀ ਮੀਟਿੰਗ ਘੱਟੋ ਘੱਟ ਚੀਫ ਮਿਨਿਸਟਰ ਨਾਲ ਕਰਾਓ ਜਾਂ ਕਿਸੇ ਮਿਨਿਸਟਰ ਨਾਲ ਕਰਾਓ, ਗੱਲ ਸੁਣੋ ਅਤੇ ਗੱਲ ਸੁਣਨ ਤੋਂ ਬਾਅਦ ਸਾਡੇ ਨਾਲ ਦਲੀਲਬਾਜ਼ੀ ਕਰੋ ਕਿ ਸਾਨੂੰ ਰੁਜ਼ਗਾਰ ਚਾਹੀਦਾ, ਦੱਸੋ ਕਿਉਂ ਨਹੀਂ ਦੇ ਰਹੇ। ਸਭ ਤੋਂ ਇੱਕ ਜਿਹੜਾ ਗੈਰ ਸੰਵੇਦਨਸ਼ੀਲ ਗੱਲ ਹੈ ਉਹ ਇਹ ਹੈ ਕਿ ਸਰਕਾਰਾਂ ਜਾਂ ਜ਼ਿੰਮੇਵਾਰ ਅਧਿਕਾਰੀ ਜਾਂ ਜ਼ਿੰਮੇਵਾਰ ਮੰਤਰੀ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ ਜਦੋਂ ਹੁੰਦੇ। ਜਦੋਂ ਮੀਟਿੰਗ ਵਾਸਤੇ ਹੀ ਜਾਮ ਲਾਉਣੇ ਪੈਂਦੇ ਨੇ, ਮੀਟਿੰਗ ਵਾਸਤੇ ਪ੍ਰੋਟੈਸਟ ਕਰਨੇ ਪੈਂਦੇ ਹੋਣ ਤਾਂ ਉਹ ਬੇਰੁਖੀ ਸਭ ਤੋਂ ਜ਼ਿਆਦਾ ਦਰਦਨਾਕ ਹੁੰਦੀ ਹੈ ਜੀ। ਫਿਰ ਜਦੋਂ ਨਹੀਂ ਸੁਣਵਾਈ ਹੁੰਦੀ ਪੀਸਫੁਲ ਤਰੀਕੇ ਨਾਲ ਵੀ ਜਾ ਕੇ ਤੁਸੀਂ ਧਰਨੇ 'ਤੇ ਬਹਿ ਗਏ ਜੀ, ਸਗੋਂ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਸਾਡਾ ਨੌਜਵਾਨ ਇੰਨਾ ਨਿਰਾਸ਼ ਕਿਉਂ ਹੈ, ਉਹਨਾਂ ਨੂੰ ਪੁੱਛੋ, ਜਾ ਕੇ ਆਪ ਜਾ ਕੇ ਗੱਲ ਕਰਨ ਦੀ ਲੋੜ ਪੈਂਦੀ ਹੈ। ਔਰ ਜਦੋਂ ਤੁਸੀਂ ਇਹ ਨਹੀਂ ਕਰਦੇ ਤਾਂ ਉਹ ਇੱਕ ਸੱਦਾ ਦਿੰਦੇ ਨੇ ਕਿ ਅਸੀਂ ਉੱਥੇ ਤੱਕ ਜਾਵਾਂਗੇ, ਮੋਤੀ ਮਹਿਲ ਤੱਕ ਜਾਵਾਂਗੇ। ਮੋਤੀ ਮਹਿਲ ਕੀ ਹੈ? ਮੋਤੀ ਮਹਿਲ ਇੱਕ ਸਿੰਬਲ ਹੈ ਪਾਵਰ ਦਾ, ਕਿਉਂਕਿ ਚੀਫ ਮਿਨਿਸਟਰ ਦਾ ਜਿਹੜਾ ਜੱਦੀ ਪੁਸ਼ਤੀ ਘਰ ਹੈ ਉੱਥੇ ਜਿੱਥੇ ਰਹਿੰਦੇ ਨੇ, ਉਹ ਉੱਧਰ ਨੂੰ ਤਾਂ ਮਾਰਚ ਕਰਨਾ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੇ ਖਿਲਾਫ ਕਰਨਾ ਚਾਹੁੰਦੇ ਹਾਂ, ਸਾਡੇ ਨਾਲ ਕਿਤੇ ਨਾ ਕਿਤੇ ਗੱਲ ਕਰੋ। ਹਾਲਾਂਕਿ ਚੀਫ ਮਿਨਿਸਟਰ ਉੱਥੇ ਨਹੀਂ ਰਹਿ ਰਿਹਾ, ਚੀਫ ਮਿਨਿਸਟਰ ਬੜੀ ਦੇਰ ਤੋਂ ਇੱਧਰ ਰਹਿ ਰਿਹਾ। ਉਹਨੇ ਤਾਂ ਇੱਕ ਨਵਾਂ ਮੋਤੀ ਮਹਿਲ ਬਣਾ ਲਿਆ ਕਿ ਮਤਲਬ ਚੰਡੀਗੜ੍ਹ ਦੇ ਨਾਲ ਹੀ ਰਲ ਕੇ। ਔਰ ਇਸ ਕਰਕੇ ਪਰ ਜਿਹੜਾ ਹੁਣ ਤਰੀਕਾ ਅਪਣਾਇਆ ਜਾਂਦਾ, ਇੱਕ ਸਾਡੀ ਪੁਲਿਸ ਦਾ ਜਿਹੜਾ ਤਰੀਕਾ ਵੀ ਹੈ ਇਹਨਾਂ ਮਾਮਲਿਆਂ ਨੂੰ ਟੈਕਲ ਕਰਨ ਦਾ ਜਾਂ ਇਹਦੇ ਨਾਲ ਨਜਿੱਠਣ ਦਾ, ਜੇਕਰ ਕੋਈ ਮੁਜ਼ਾਹਰਾਕਾਰੀ ਆਉਂਦੇ ਨੇ ਜਾਂ ਬਾਕੀ ਦੇ ਲੋਕ ਆਉਂਦੇ ਨੇ, ਉਹ ਬੜਾ ਹੀ ਬਸਤੀਵਾਦੀ ਤਰੀਕਾ ਹੈ ਸਾਡਾ, ਮਤਲਬ ਲੱਠ ਮਾਰ ਤਰੀਕਾ ਹੈ। ਕੋਈ ਸਮਝਦਾਰੀ ਦਾ, ਕੋਈ ਕਿਸੇ ਤਰੀਕੇ ਨਾਲ ਕੰਮ ਕਰਨ ਦਾ ਜਾਂ ਹੋਰ ਬਾਕੀ ਹੈ ਹੀ ਨਹੀਂ ਹੈ। ਜਮਹੂਰੀਅਤ ਦੇ ਵਿੱਚ ਤਾਂ ਵੱਧ ਤੋਂ ਵੱਧ ਇਹੀ ਗੱਲਾਂ ਹੁੰਦੀਆਂ ਨੇ, ਤੁਸੀਂ ਵੱਧ ਤੋਂ ਉਹਨਾਂ ਨਾਲ ਗੱਲ ਆਪ ਕਰ ਲਓ, ਅੱਗੇ ਕਰਵਾਓ, ਨਹੀਂ ਤਾਂ ਕੋਈ ਐਸੇ ਤਰੀਕੇ ਹੋਰ ਈਜਾਦ ਕਰੋ, ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਹੋ, ਗ੍ਰਿਫਤਾਰ ਕਰਕੇ ਕਿਤੇ ਲਿਜਾ ਸਕਦੇ ਹੋ, ਬਾਕੀ ਹੈ। ਪਰ ਜਿਹੜੇ ਤਰੀਕੇ ਨਾਲ ਉਹ ਬਰੂਟਲ ਹੁੰਦੇ ਨੇ, ਇੱਕ ਤਾਂ ਉਹ ਧੱਕਾ ਮਾਰ ਕੇ ਅੱਗੇ ਜਾਂਦੇ ਨੇ, ਉਦੋਂ ਹੱਥੋਂ ਪਾਈ ਹੋ ਗਈ, ਉਦੋਂ ਮਾੜਾ ਮੋਟਾ ਕੋਈ ਗੱਲ ਹੋ ਗਈ, ਉਹ ਅਲੱਗ ਸਵਾਲ ਹੈ। ਪਰ ਜਦੋਂ ਮਤਲਬ ਤੁਸੀਂ ਜਿਵੇਂ ਐਵੇਂ ਹੁੰਦਾ ਨਾ, ਨਫ਼ਰਤ, ਕੋਈ 3 ਜਾਣੇ ਭੱਜੇ ਜਾ ਰਹੇ ਨੇ, 2 ਜਾਣੇ ਭੱਜੇ ਜਾ ਰਹੇ ਨੇ, ਜਦੋਂ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਘਰੀਚਦੇ ਹੋ, ਪੱਗਾਂ ਲਾਉਂਦੇ ਹੋ, ਕੁੜੀਆਂ ਨੂੰ ਘਸੀਟਿਆ ਜਾਂਦਾ ਹੈ ਉਸ ਪੱਧਰ ਦੇ ਉੱਤੇ, ਸੜਕਾਂ ਦੇ ਉੱਤੇ, ਫਿਰ ਪਿੱਛੇ ਭੱਜ ਕੇ ਆਏ ਜਿਵੇਂ ਕਿਸੇ ਚੋਰ ਚੱਕੇ ਜਾਂ ਕਿਸੇ ਡਾਕੂ ਨੂੰ ਫੜ ਕੇ ਤੁਸੀਂ ਕੁੱਟਣਾ ਹੁੰਦਾ ਜਾ ਕੇ, ਫਿਰ ਉਹਨਾਂ ਨੂੰ ਕੁੱਟਣ ਦੀ ਟਰਾਈ ਕਰਦੇ ਹੋ। ਇਹ ਇੱਕ ਮਾਈਂਡ ਸੈੱਟ ਦਰਸਾਉਂਦਾ ਹੈ ਕਿ ਤੁਹਾਡੇ ਆਪਣੇ ਲੋਕਾਂ ਦੀ ਜਿਹੜੀ ਇੱਕ ਡਿਗਨਿਟੀ ਹੈ, ਇੱਕ ਸ਼ਾਨ ਹੈ, ਤੁਹਾਡੇ ਨੌਜਵਾਨ ਜਿਹਦੇ 'ਤੇ ਤੁਸੀਂ ਮਾਣ ਕਰਦੇ ਹੋ ਕਿ ਭਵਿੱਖ ਦਾ ਵਾਰਸ ਬਣੇਗਾ, ਉਹਦੇ ਨਾਲ ਤੁਸੀਂ ਵਿਵਹਾਰ ਕਿਹੋ ਜਿਹਾ ਕਰਦੇ ਹੋ। ਵਿਵਹਾਰ ਇਹੋ ਜਿਹਾ ਕਰਦੇ ਹੋ ਜਿਵੇਂ ਕੋਈ ਇਹੋ ਜਿਹਾ ਬੰਦਾ ਆ ਗਿਆ ਜਿਹੜਾ ਤੁਹਾਡੇ ਸਾਹਮਣੇ ਰੁਜ਼ਗਾਰ ਮੰਗਣ ਲਈ ਉਹ ਗੁਨਾਹ ਕਰਦਾ ਹੈ, ਅਤੇ ਗੁਨਾਹਗਾਰ ਬੰਦੇ ਦੇ ਨਾਲ ਜਿਵੇਂ ਤੁਸੀਂ ਟਰੀਟ ਕਰ ਰਹੇ ਹੋ। ਦੁਨੀਆ ਦੇ ਵਿੱਚ ਤਾਂ ਹਾਲਾਂਕਿ ਮਨੁੱਖੀ ਅਧਿਕਾਰਾਂ ਦਾ ਸਵਾਲ ਐਡਾ ਵੱਡਾ
ਹੋ ਚੁੱਕੇ ਹੈ ਕਿ ਤੁਸੀਂ ਗੁਨਾਹਗਾਰ ਨਾਲ ਵੀ ਐ ਪਬਲਿਕਲੀ ਡੀਲ ਨਹੀਂ ਕਰ ਸਕਦੇ ਜਿਵੇਂ ਸਾਡੇ ਇਸ ਤਰੀਕੇ ਦੇ ਨਾਲ ਆਉਂਦਾ। ਇਹ ਬਹੁਤ ਹੀ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਕਿ ਨਿੰਦਣਯੋਗ ਕਾਰਵਾਈ ਹੈ ਜਿਹੜਾ ਇਸ ਕਿਸਮ ਦਾ ਬਰੂਟਲ ਲਾਠੀਚਾਰਜ ਹੈ। ਔਰ ਸਾਡੇ ਤਾਂ ਇਹ ਬਾਰ-ਬਾਰ ਹੁੰਦਾ ਹੈ, ਤਾਂ ਬਾਰ-ਬਾਰ ਇਹ ਹਿੰਮਤ ਪੈਂਦੀ ਹੈ ਕਿਉਂਕਿ ਕਦੇ ਵੀ ਐਡੇ ਵੱਡੇ ਲਾਠੀਚਾਰਜਾਂ ਗੋਲੀਆਂ ਨਾਲ ਵੀ ਬੰਦੇ ਫੱਟੜ ਹੋਣ ਤੋਂ ਬਾਅਦ ਕੋਈ ਇਨਕੁਆਇਰੀ ਹੋ ਕੇ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਜੀ ਬਿਲਕੁਲ। ਕਿਸੇ ਦੇ ਖਿਲਾਫ ਵੀ ਕਿਹਨੇ ਉਸ ਦਿੱਤਾ, ਕਿਹੜਾ ਮੈਜਿਸਟ੍ਰੇਟ ਸੀ ਜਿਹਦੇ ਆਰਡਰ ਤੇ ਉਹ ਹੋਇਆ, ਔਰ ਕਿਉਂ ਇਸ ਪੱਧਰ ਤੇ ਗੱਲ ਗਈ, ਪਹਿਲਾਂ ਕਿਉਂ ਨਹੀਂ ਉਹਨੂੰ ਠੀਕ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ। ਉਹ ਸਾਰੇ ਸਵਾਲ ਨੇ। ਕਿਉਂਕਿ ਅਸੀਂ ਨਾ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹਾਂ ਤੇ ਨਾ ਇਨਸਾਨ ਦੀ ਕਦਰ ਕਰਦੇ ਹਾਂ, ਨਾ ਇਨਸਾਨ ਦੀ ਸ਼ਾਨ ਡਿਗਨਿਟੀ ਦੀ ਕਦਰ ਕਰਦੇ ਹਾਂ। ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਜਿਵੇਂ ਤੁਸੀਂ ਸਾਰਾ ਕੁਝ ਚਲਾਉਣ ਵਾਲੇ ਹੋ ਤੇ ਬਾਕੀ ਲੋਕ, ਵੈਸੇ ਚ ਅਸੀਂ ਕਹਿੰਦੇ ਹਾਂ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ, ਲੋਕ ਹੀ ਸਾਰਾ ਕੁਝ ਅੰਤਮ ਤਾਕਤ ਨੇ, ਤਾਂ ਉਹ ਲੋਕ ਕਿੱਥੇ ਨੇ ਫਿਰ ਜਿਹੜੇ ਵੀ ਇਸ ਲੈਵਲ ਤੇ ਨੇ? ਤੁਸੀਂ ਲੋਕਾਂ ਨੂੰ ਕਲੀਅਰ ਕੱਟ ਦੱਸੋ ਫਿਰ। ਜੇ ਤੁਸੀਂ ਇੰਨੀ ਬੀਐਡ ਦੇ ਕਾਲਜ ਖੋਲ੍ਹ ਰਹੇ ਨੇ, ਕਿੰਨੇ ਹੀ ਪ੍ਰਾਈਵੇਟ ਕਾਲਜ ਖੋਲ੍ਹਤੇ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ, ਲੋਕਾਂ ਦੇ ਲੱਖਾਂ ਰੁਪਏ ਉੱਥੇ ਬਰਬਾਦ ਕਰਾ ਰਹੇ ਹੋ, ਡਿਗਰੀਆਂ ਲਓ। ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਸਾਡੇ ਕੋਲ ਭਾਈ ਹੋਰ ਬੀਐਡ ਕਰਨ ਦੀ ਲੋੜ ਨਹੀਂ ਹੈ, ਸਾਡੇ ਕੋਲ ਨਹੀਂ ਹੈ ਨੌਕਰੀਆਂ ਆਉਣ ਵਾਲੇ ਕਿਸਮ ਦੀ। ਈਟੀਟੀ ਹੈ, DPI ਕੋਈ ਕਰਦਾ, ਕੋਈ ਵੱਖ-ਵੱਖ ਟਾਈਪ ਦੇ ਕੋਰਸ ਕਰਦਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਜੇਕਰ ਨਹੀਂ ਹੈ ਤਾਂ ਬੰਦ ਕਰ ਦਿਓ, ਜੇਕਰ ਉਸ ਨਹੀਂ ਹੈ। ਉਧਰ ਵੀ ਤੁਸੀਂ ਪ੍ਰਾਈਵੇਟ ਸੰਸਥਾਵਾਂ ਖੋਲ੍ਹ ਕੇ ETT ਦੀਆਂ, BEd ਦੀਆਂ ਲੋਕਾਂ ਦੀ ਲੁੱਟ ਕਰਵਾ ਰਹੇ ਹੋ ਜੀ। ਤੇ ਜਦੋਂ ਕਰਕੇ ਆ ਕੇ ਤੁਹਾਡੇ ਤੋਂ ਰੁਜ਼ਗਾਰ ਮੰਗਦੇ ਨੇ, ਫਿਰ ਤੁਸੀਂ ਉਹਨਾਂ ਤੇ ਲਾਠੀਚਾਰਜ ਤੇ ਅਥਰੂ ਗੈਸ ਕਰਦੇ ਹੋ। ਇਹ ਇੱਕ ਵਰਤਾਰਾ ਉਸ ਪੱਧਰ ਦਾ ਜਿਹੜਾ ਹੋਇਆ ਅੱਜ ਵੀ ਪਟਿਆਲੇ ਦੇ ਵਿੱਚ ਹੋਇਆ, ਪਹਿਲਾਂ ਵੀ ਬੜੀ ਵਾਰ ਹਰ ਸਰਕਾਰ ਦੇ ਦੌਰ 'ਚ ਹੁੰਦਾ। ਜਦੋਂ ਆਪੋਜੀਸ਼ਨ 'ਚ ਹੁੰਦੀ ਆ ਉਹੀ ਪਾਰਟੀ, ਉਦੋਂ ਥੋੜ੍ਹਾ ਜਿਹਾ ਐਲੀਗੇਸ਼ਨ ਲਾਉਂਦੀ ਹੈ ਕਿ ਸਰਕਾਰ ਕੁਰਖਤ ਹੈ ਅਤੇ ਗਲਤ ਹੈ। ਜਦੋਂ ਉਹੀ ਸੱਤਾ 'ਚ ਹੁੰਦੀ ਹੈ ਉਹਦੇ ਦੌਰਾਨ ਫਿਰ ਇਹੀ ਕੰਮ ਵਾਪਰਦਾ ਬੜੇ ਲੰਬੇ ਸਮੇਂ ਦੇ ਵਿੱਚੋਂ। ਔਰ ਇਹ ਸਵਾਲ ਬੜੇ ਵੱਡੇ ਪੱਧਰ 'ਤੇ ਲੋਕਾਂ ਦੇ ਜ਼ਿਹਨ ਦਾ ਹਿੱਸਾ ਬਣਨਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਦੇ ਧੀਆਂ ਪੁੱਤਾਂ 'ਤੇ ਲਾਠੀਚਾਰਜ ਕਰਨ ਦੀ ਹਿੰਮਤ ਪੈਂਦੀ ਹੈ ਸਰਕਾਰਾਂ ਦੀ, ਕਿਵੇਂ ਆਰਡਰ ਦੇਣ ਦੀ ਹਿੰਮਤ ਪੈਂਦੀ ਹੈ। ਜੇ ਤੁਸੀਂ ਇਹਦੇ ਖਿਲਾਫ ਖੜ੍ਹੇ ਹੋਵੋਗੇ, ਜਿਵੇਂ ਅਮਰੀਕਾ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਜਿੱਥੇ ਮਨੁੱਖੀ ਅਧਿਕਾਰਾਂ ਦੀ ਕਦਰ ਹੈ, ਇਸ ਪੱਧਰ ਦਾ ਕੋਈ ਕਾਰਨਾਮਾ ਹੋਏ ਤਾਂ ਇਨਕੁਆਰੀ ਤੋਂ ਬਿਨਾਂ, ਬਾਕੀ ਚੀਜ਼ਾਂ ਤੋਂ ਬਿਨਾਂ ਇਹ ਸੰਭਵ ਨਹੀਂ ਹੈ ਕਿ ਕੰਮ ਚੱਲ ਜੇ ਜਾਂ ਉਹ ਮਨਮਰਜ਼ੀ ਕਰਦੇ ਰਹਿਣ ਜਾਂ ਪੁਲਿਸ ਉਸ ਤਰ੍ਹਾਂ ਦੀ ਗੱਲ ਕਰੇ। ਇਸ ਲਈ ਪੁਲਿਸ ਦੀ ਟ੍ਰੇਨਿੰਗ ਦਾ ਵੀ ਸਵਾਲ, ਮਾਈਂਡਸੈਟ ਦਾ ਸਵਾਲ, ਉਹ 'ਚ ਸਿਆਸੀ ਦਖਲ ਦਾ ਸਵਾਲ, ਇਹ ਕਈ ਸਵਾਲ ਨੇ ਜਿਨ੍ਹਾਂ ਨਾਲ ਨੂੰ ਨਜਿੱਠਣ ਦੀ ਲੋੜ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ। ਹਮੀਰ ਜੀ, ਇਹ ਤਾਂ ਅਸੀਂ ਪੜ੍ਹੇ ਲਿਖਿਆਂ ਦੀ ਗੱਲ, ਜੇਕਰ ਗੱਲ ਕਰੀਏ ਘੱਟ ਪੜ੍ਹੇ ਲਿਖਿਆਂ ਦੀ, ਦਿਹਾੜੀਦਾਰਾਂ ਦੀ, ਮਨਰੇਗਾ ਦੀ ਜਾਂ ਗੈਰ ਸੰਗਠਿਤ ਖੇਤਰ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਦੀ, ਤਾਂ ਉਹ ਵੀ ਲਗਾਤਾਰ ਜਿਹੜਾ ਹੈਗਾ ਖੁਸਦਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਸ ਦੇ ਪਿੱਛੇ ਕੀ ਕਾਰਨ ਰਹਿ ਰਹੇ ਨੇ। ਕੁਛ ਨਹੀਂ, ਮਤਲਬ ਜਿਵੇਂ ਜੇ ਤੁਸੀਂ ਪੜ੍ਹੇ ਲਿਖੇ ਔਰ ਯੂਥ ਜਿਹਦੇ ਕੋਲ ਪਾਵਰ ਹੈ, ਜਿਹੜੇ ਲੜ ਰਹੇ ਨੇ ਔਰ ਘੱਟੋ ਘੱਟ ਪੜ੍ਹ ਲਿਖ ਗਏ, ਇਹਦਾ ਮਤਲਬ ਇਹ ਵੀ ਹੈ ਕਿ ਕੁਝ ਉਹੋ ਜਿਹੇ ਘਰਾਂ 'ਚੋਂ ਨੇ ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਉੱਥੇ ਤੱਕ ਪਹੁੰਚਣ ਦਾ ਮੌਕਾ ਮਿਲਿਆ। ਦੂਜੀ ਗੱਲ ਇਹ ਇਹੋ ਜਿਹੇ ਵੀ ਨੇ ਕਿ ਉਹਨਾਂ 'ਚ ਇੱਕ ਲਿਆਕਤ ਵੀ ਆ ਗਈ, ਪੜ੍ਹ ਲਿਖ ਕੇ ਇਕੱਠੇ ਹੋਣ ਦੀ ਬਣ ਗਿਆ। ਪਰ ਜਿਹੜਾ ਬੰਦਾ ਅਨਪੜ੍ਹ ਵੀ ਹੈ ਅਤੇ ਜਿਹੜਾ ਬੰਦਾ ਗਰੀਬ ਵੀ ਹੈ, ਜਿਹੜਾ ਬੰਦੇ ਕੋਲ ਕੋਈ ਕਿੱਤਾ ਉਸ ਪੱਧਰ ਦਾ ਨਹੀਂ, ਉਹ ਕੀ ਕਰਨਗੇ? ਹੁਣ ਕਿੰਨੇ ਦਿਨਾਂ ਤੋਂ ਲੰਮੀ ਸਫਾਈ ਮਜ਼ਦੂਰਾਂ ਦੀ ਹੜਤਾਲ ਚੱਲ ਰਹੀ ਹੈ, ਗੰਦ ਪਿਆ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ। ਅਤੇ ਕੌਣ ਹੈ ਜਿਹੜਾ ਮਤਲਬ ਮਿਨਿਸਟਰ ਦੀ ਕਿਉਂ ਜਵਾਬਦੇਹੀ ਨਹੀਂ ਹੈ ਕਿ ਭਾਈ ਸਾਹਿਬ ਤੁਸੀਂ ਕਿੱਥੇ ਹੋ? ਉਹਨਾਂ ਨਾਲ ਬੈਠ ਕੇ ਗੱਲ ਕਰਕੇ ਮਾਮਲੇ ਸੁਲਝਾਉਂਦੇ ਕਿਉਂ ਨਹੀਂ ਹੋ? ਅਤੇ ਇਹ ਤਾਂ ਸਿਵਲ ਉਹਦਾ ਸਵਾਲ ਹੈ ਨਾ, ਲੋਕਾਂ ਨੂੰ ਸਹੂਲਤਾਂ ਦਾ ਜਿਹੜੇ ਨੇ। ਔਰ ਲੋਕ ਕਿੱਥੇ ਖੜ੍ਹੇ ਹੋ ਕੇ ਦਿਖਾਈ ਦੇ ਰਹੇ ਨੇ ਸ਼ਹਿਰਾਂ ਦੇ ਵਿੱਚ ਆਮ ਕਿ ਸਾਡੇ ਸ਼ਹਿਰਾਂ 'ਚ ਗੰਦ ਪੈ ਗਿਆ। ਅਤੇ ਉਹ ਨਹੀਂ, ਲੋਕਾਂ ਦਾ ਮਨ ਹੋਊਗਾ ਸਫਾਈ ਮਜ਼ਦੂਰਾਂ ਦੇ ਖਿਲਾਫ ਹੀ ਬਹੁਤਾ ਕਿ ਕੰਮ ਨਹੀਂ ਕਰਦੇ, ਫਲਾਨਾ ਨਹੀਂ, ਜੇ ਨਹੀਂ, ਵੋ ਨਹੀਂ। ਇਹ ਨਹੀਂ ਹੋਊਗਾ ਕਿ ਜਿਹੜਾ ਪ੍ਰਸ਼ਾਸਨ ਹੈ ਅਤੇ ਜਿਹੜੇ ਮੰਤਰੀ ਨੇ ਉਹਦੇ ਖਿਲਾਫ ਖੜ੍ਹੇ ਹੋ ਕਿ ਤੁਸੀਂ ਪ੍ਰਸ਼ਾਸਨ ਚਲਾ ਰਹੇ ਹੋ, ਜ਼ਿੰਮੇਵਾਰ ਬੰਦੇ ਹੋ, ਮੰਤਰੀ ਬਣੇ ਬੈਠੇ ਹੋ, ਤੁਸੀਂ ਇਹ ਮਾਮਲਾ ਹੱਲ ਕਿਉਂ ਨਹੀਂ ਕਰਦੇ? ਇਹ ਮਾਮਲਾ ਹੱਲ ਕਰਕੇ ਸਾਨੂੰ ਸਹੂਲਤ ਕਿਉਂ ਨਹੀਂ ਦਿੰਦੇ? ਉਹ ਬਹੁਤ ਬੜਾ ਸਵਾਲ ਹੈ। ਅਤੇ ਇਹਦੇ ਤੋਂ ਬਿਨਾਂ ਦੂਜੇ ਜਿਹੜੇ ਵੱਖ-ਵੱਖ ਖੇਤਰਾਂ ਦੇ ਗੈਰ ਸੰਗਠਿਤ ਖੇਤਰ ਦੇ ਸਵਾਲ ਨੇ, ਮਿਸਾਲ ਦੇ ਤੌਰ 'ਤੇ ਮਨਰੇਗਾ ਦਾ ਸਵਾਲ ਹੈ। ਉਹ 'ਚ 100 ਦਿਨ ਦੀ ਗਰੰਟੀ ਕੀਤੀ ਹੈ ਸੰਵਿਧਾਨਕ ਤੌਰ 'ਤੇ। ਇੱਕੋ ਇੱਕ ਕਾਨੂੰਨ ਹੈ ਜਿਹੜੇ ਕਾਨੂੰਨ ਦੇ ਤਹਿਤ ਸੰਵਿਧਾਨ ਨੇ ਬੁਨਿਆਦੀ ਹੱਕ ਤਸਲੀਮ ਕੀਤਾ ਹੈ ਕਿ ਗਰੀਬ ਆਦਮੀ ਪਿੰਡਾਂ ਦੇ ਵਿੱਚ 100 ਦਿਨ ਦਾ ਕੰਮ ਲੈ ਸਕਦਾ। ਉਹ ਵੀ ਜੇਕਰ ਠੀਕ ਤਰੀਕੇ ਨਾਲ ਲਾਗੂ ਨਹੀਂ ਹੋ ਰਿਹਾ, ਜੇਕਰ ਉਹਦੇ 'ਤੇ ਵੀ ਉਹਦੀ ਮੰਗ ਅਨੁਸਾਰ ਉਹਨੂੰ ਨਾ ਕੰਮ ਦਿੱਤਾ ਜਾ ਰਿਹਾ ਹੈ, ਮੰਗ ਅਨੁਸਾਰ ਨਾ ਨਿਯੁਕਤੀ ਪੱਤਰ ਦਿੱਤਾ ਜਾ ਰਿਹਾ, ਮੰਗ ਅਨੁਸਾਰ ਕੰਮ ਦੇ ਕੇ ਨਾ ਉਹਨੂੰ ਸਮੇਂ 'ਤੇ ਪੇਮੈਂਟ ਮਿਲ ਰਹੀ ਹੈ, ਉਹ ਸਾਰਾ ਕੁਝ ਜੇ ਪੇਮੈਂਟ ਨਹੀਂ ਮਿਲ ਰਹੀ ਜਾਂ ਕੰਮ ਨਹੀਂ ਦੇ ਰਹੇ, ਨਾ ਉਹਨੂੰ ਬੇਰੁਜ਼ਗਾਰੀ ਭੱਤਾ ਮਿਲ ਰਿਹਾ, ਇੱਕ ਸੰਵਿਧਾਨ ਦੇ ਵਿੱਚ ਦਿੱਤਾ ਗਿਆ ਹੱਕ ਲਾਗੂ ਨਹੀਂ ਹੋ ਰਿਹਾ। ਅਤੇ ਉਹ ਅਨਪੜ੍ਹ ਬੀਬੀਆਂ ਉਹ 'ਚ ਬਹੁਤੀਆਂ ਨੇ, ਬਜ਼ੁਰਗ ਬਹੁਤ ਨੇ, ਅਤੇ ਉਹਨਾਂ ਦੇ ਕੋਲ ਤਾਂ ਫਿਰ ਉਨੀ
ਜਥੇਬੰਦਕ ਕਈ ਵਾਰ ਤਾਕਤ ਗਿਆਨ ਵੀ ਨਹੀਂ ਹੈ ਕਿ ਲੋਕ ਉਹਨੂੰ ਜਾ ਕੇ ਦੱਸਣ ਤੇ ਜਥੇਬੰਦ ਕਰਕੇ ਥੋੜਾ ਜਿਹਾ ਇੱਕ ਵੱਡਾ ਕੋਈ ਹੰਭਲਾ ਮਾਰਨ, ਉਹ ਵੀ ਨਹੀਂ ਹੈ। ਤਾਂ ਇਹਦਾ ਮਤਲਬ ਰਲ ਮਿਲ ਕੇ ਇੱਕ ਕਲਾਸ ਜਿਹੜੀ ਹੈ ਪ੍ਰਸ਼ਾਸਨ ਦੀ, ਸਰਕਾਰ ਦੀ, ਸਿਆਸਤਦਾਨ ਉਹਨਾਂ ਦੇ ਖਿਲਾਫ ਤਾਂ ਉਹਨਾਂ ਦੇ ਬਾਰੇ ਤਾਂ ਆਪੋਜੀਸ਼ਨ ਦਾ ਵੀ ਕਦੇ ਹਾਂ ਦਾ ਨਾਰਾ ਨਹੀਂ ਦੇਖਿਆ ਕਦੇ ਕਿਸੇ ਵੀ ਧਿਰ ਵੱਲੋਂ, ਕਦੇ ਅਸੈਂਬਲੀ 'ਚ ਕਦੇ ਹੋਰ ਕਿ ਉਹਦੇ ਲਈ ਇਹ ਕਿਹਾ ਗਿਆ ਹੋਵੇ ਦੇਖੋ ਵੀ ਉਹ ਬੰਦਿਆਂ ਨੂੰ ਘੱਟੋ ਘੱਟ ਇਹ ਹੱਕ ਤਾਂ ਮਿਲਣਾ ਚਾਹੀਦਾ। 15 ਦਿਨ 14 ਦਿਨ ਤੋਂ ਘੱਟ ਉੱਥੇ ਕੰਮ ਦਿੱਤਾ ਹੀ ਨਹੀਂ ਜਾ ਸਕਦਾ, ਲੋਕਾਂ ਨੂੰ 3 ਦਿਨ 7 ਦਿਨ ਲਵਾ ਕੇ ਹਟਾਇਆ ਜਾ ਰਿਹਾ ਤੇ ਕੋਈ ਉਹਦੇ 'ਚ ਜਾਂਚ ਨਹੀਂ, ਕੋਈ ਇਨਕੁਆਇਰੀ ਨਹੀਂ ਹੈ, ਤਾਂ ਉਹ ਬੰਦੇ ਕਿੱਥੇ ਜਾਣਗੇ। ਹਾਲਾਂਕਿ ਉਹਦੀ ਲੋੜ ਸਾਡੇ ਮਹਿਸੂਸ ਕੀਤੀ ਜਾ ਰਹੀ ਹੈ ਜ਼ਿੰਦਗੀਆਂ ਦੇ ਤੌਰ ਤੇ। ਆ ਹੁਣ ਕਰੋਨਾ ਆਇਆ ਸੀ, ਪਿਛਲੇ ਸਾਲ 1,11,000 ਕਰੋੜ ਦੇਸ਼ ਦੇ ਵਿੱਚ ਖਰਚ ਹੋਇਆ ਉਹਦੇ ਤੇ, ਤਾਂ ਵੀ ਹੋਰ ਮੰਗਣ ਵਾਲੇ ਬੰਦੇ ਸੀ ਰੁਜ਼ਗਾਰ। ਤੇ ਐਤਕੀ ਫੰਡ ਹੀ ਤੁਸੀਂ 73,000 ਕਰੋੜ ਰੁਪਈਆ ਰੱਖ ਰਹੇ ਹੋ, ਤਾਂ ਫਿਰ ਇਹਦਾ ਮਤਲਬ ਲੋੜ ਤਾਂ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਬੰਦੇ ਦੇ ਘਰ ਰੋਜੀ ਰੋਟੀ ਨਹੀਂ ਚੱਲ ਰਹੀ, ਪਰ ਤੁਸੀਂ ਦਿਖਾਵਾ ਕਰ ਰਹੇ ਹੋ ਕਿ ਅਸੀਂ ਸਭ ਨੂੰ ਰੋਜੀ ਰੋਟੀ ਦੇਵਾਂਗੇ ਤੇ ਪੈਸੇ ਦੇ ਨਹੀਂ ਰਹੇ। ਇਹ ਵੀ ਰੁਜ਼ਗਾਰ ਦਾ ਸਭ ਤੋਂ ਬੜਾ ਵਸੀਲਾ ਹੈ। ਔਰ ਇਹ ਜ਼ਰੂਰ ਹੈ ਕਿ ਰੁਜ਼ਗਾਰ ਦਾ ਹੱਕ ਜਿਹੜਾ ਹੈ ਉਹ ਜਿਉਣ ਦੇ ਹੱਕ ਨਾਲ ਜੁੜਿਆ ਹੋਇਆ ਹੈ, ਕਿਉਂਕਿ ਜਿਉਣ ਦੇ ਵਾਸਤੇ ਕੋਈ ਨਾ ਕੋਈ ਰੋਜੀ ਰੋਟੀ ਦਾ ਸਾਧਨ ਚਾਹੀਦਾ ਨਾ। ਜੇ ਖਾਣ ਪੀਣ ਨੂੰ ਕੁਝ ਹੋਊਗਾ ਤਾਂ ਜਿੰਦਾ ਰਹੂਗਾ ਬੰਦਾ, ਤੇ ਇਸ ਕਰਕੇ ਇਹ ਫੰਡਾਮੈਂਟਲ ਰਾਈਟ ਬਣਨਾ ਚਾਹੀਦਾ ਹੈ। ਔਰ ਕਈ ਜਥੇਬੰਦੀਆਂ ਨੇ ਇਹਦੇ 'ਤੇ ਥੋੜ੍ਹੀ ਬਹੁਤ ਗੱਲ ਦੇਸ਼ ਦੇ ਵਿੱਚ ਹੋ ਵੀ ਰਹੀ ਹੈ, ਪੰਜਾਬ ਦੇ ਵਿੱਚ ਵੀ ਰੁਜ਼ਗਾਰ ਨੂੰ ਬੁਨਿਆਦੀ ਹੱਕ ਬਣਾਉਣ ਦਾ ਕਾਨੂੰਨ ਬਣਾਉਣ ਦੀ ਗੱਲ ਹੈ। ਵੱਡੀ ਲੜਾਈ ਤਾਂ ਬੇਰੁਜ਼ਗਾਰੀ ਦਾ ਸਵਾਲ ਇਹ ਹੈ ਕਿ ਹਰ ਇੱਕ ਨੂੰ ਰੋਜੀ ਰੋਟੀ ਦੇ ਲਾਇਕ ਉਹਦੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਸੰਭਵ ਬਣਾਇਆ ਜਾਏ, ਇਹਨੂੰ ਫੰਡਾਮੈਂਟਲ ਰਾਈਟ ਦਾ ਦਰਜਾ ਮਿਲਣ ਦਾ ਸਵਾਲ ਹੈ। ਫਿਰ ਤਾਂ ਕੋਈ ਸਿਸਟਮ ਦੇ ਵਿੱਚ ਗੱਲ ਹੋਏਗੀ, ਚਾਹੇ ਉਹ ਪੜ੍ਹਿਆ ਹੋਵੇ ਚਾਹੇ ਉਹ ਅਨਪੜ੍ਹ ਹੋਵੇ, ਜਿਹੜਾ ਮਰਜ਼ੀ ਹੈ। ਭੁੱਖ ਤਾਂ ਹਰੇਕ ਨੂੰ ਲੱਗਦੀ ਹੈ, ਹਰੇਕ ਬੰਦੇ ਨੇ ਉਸ ਲੈਵਲ ਦਾ ਕੰਮ ਕਰਨਾ ਹੈ, ਪਰ ਉਸ ਪਾਸੇ ਕੋਈ ਤਰਜੀਹ ਨਹੀਂ ਹੈ। ਨਾ ਇਹ ਸਾਡੇ ਕਦੇ ਸਿਆਸੀ ਏਜੰਡਾ ਹੁੰਦਾ, ਸਿਆਸੀ ਨਾ ਕਿਸੇ ਪਾਰਟੀ ਦਾ ਬੇਸਿਕ ਏਜੰਡਾ ਹੁੰਦਾ, ਨਾ ਕਿਤੇ ਹੋਰ ਮਾਮਲੇ ਦਾ ਹੁੰਦਾ। ਔਰ ਸਾਡੇ ਤਾਂ ਬੇਰੁਜ਼ਗਾਰੀ ਭੱਤੇ ਦਾ ਜਿਹੜਾ ਕਨਸੈਪਟ ਵੀ ਪਿੱਛੇ ਇੱਕ ਹੁੰਦਾ ਸੀ, ਪਹਿਲਾਂ ਰੁਜ਼ਗਾਰ ਦਫ਼ਤਰਾਂ ਦੇ ਵਿੱਚ ਨਾਂ ਦਰਜ ਕਰਦੇ ਸੀ ਤੇ ਉਹਨਾਂ ਨੂੰ 150 ਰੁਪਏ ਬੇਰੁਜ਼ਗਾਰੀ ਭੱਤਾ ਦਿੰਦੇ ਸੀ। ਹੁਣ ਰੁਜ਼ਗਾਰ ਦਫ਼ਤਰ ਆਪਣੇ ਆਪ ਹੀ ਬੇਰੁਜ਼ਗਾਰ ਨੇ, ਕਿਉਂਕਿ ਉੱਥੇ ਕੋਈ ਨਾਂ ਦਰਜ ਨਹੀਂ ਕਰਾਉਂਦਾ। ਉਹਨਾਂ ਨੂੰ ਪਤਾ ਹੈ ਕਿ ਨਾਂ ਦਰਜ ਕਰਾ ਕੇ ਕੀ ਕਰਾਂਗੇ ਜਦੋਂ ਕਿਤੇ ਕੋਈ ਗੱਲ ਤਾਂ ਬਣਦੀ ਹੀ ਨਹੀਂ ਹੈ। ਇਸ ਪਾਸੇ ਵੱਲ ਸੀਰੀਅਸਲੀ ਦੇਖਣ ਦਾ ਸਵਾਲ ਹੈ। ਹਮੀਰ ਜੀ, ਵੋਟਾਂ ਚਾਹੇ ਲੋਕ ਸਭਾ ਦੀ ਹੋਣ ਚਾਹੇ ਵਿਧਾਨ ਸਭਾ ਦੀ, ਕੋਈ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕਰਦਾ ਹੈ, ਕੋਈ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਦਾ ਹੈ, ਪਰ ਅਸੀਂ ਜਾਣਨਾ ਚਾਹਾਂਗੇ ਕੋਈ ਵੀ ਸਰਕਾਰ ਜਿਹੜਾ ਹੈਗੀ ਇਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਪਾਉਂਦੀ, ਇਹਦੇ ਪਿੱਛੇ ਕੀ ਕਾਰਨ ਰਹੇ ਨੇ? ਉਹਦਾ ਕਾਰਨ ਸਾਫ਼ ਹੈ। ਪਹਿਲੀ ਗੱਲ ਤਾਂ ਇਹੀ ਹੈ ਕਿ ਸਰਕਾਰ ਨੂੰ ਵੀ ਪਤਾ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਨਹੀਂ ਦਿਆਂਗੇ ਜਾਂ ਦੇ ਸਕਦੇ, ਔਰ ਲੋਕਾਂ ਨੂੰ ਵੀ ਪਤਾ ਹੈ। ਇੱਕ ਤਾਂ ਸਰਕਾਰ ਦੇ ਪੱਧਰ 'ਤੇ ਹੈ ਕਿ ਜਿਹੜੇ ਚੋਣ ਮੈਨੀਫੈਸਟੋ ਝੂਠ ਦੇ ਪਲੰਦੇ ਬਣਾਏ ਜਾਂਦੇ ਨੇ, ਉਹਨਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਘੱਟੋ ਘੱਟ ਚੋਣ ਮੈਨੀਫੈਸਟੋ ਕਾਨੂੰਨੀ ਦਰਜਾ ਉਹਨੂੰ ਮਿਲਣਾ ਚਾਹੀਦਾ, ਕਾਨੂੰਨੀ ਦਾਇਰੇ 'ਚ ਆਉਣੇ ਚਾਹੀਦੇ ਨੇ। ਜਿਹੜਾ ਵੀ ਪਾਰਟੀ ਵਾਅਦਾ ਨਾ ਕਰਕੇ ਮੁੱਕਰਦੀ ਹੈ ਉਹਦੇ ਰਜਿਸਟ੍ਰੇਸ਼ਨ ਕੈਂਸਲ ਹੋਵੇ, ਤੇ ਜਿਹੜਾ ਕੋਈ ਇਕੱਲਾ ਬੰਦਾ ਉਮੀਦਵਾਰ ਵਾਅਦਾ ਕਰਕੇ ਮੁੱਕਰਦਾ ਉਹਦੇ 'ਤੇ ਚੋਣ ਲੜਨ 'ਤੇ ਪਾਬੰਦੀ ਹੋਵੇ ਤੇ ਉਹ ਸਜ਼ਾ ਦਾ ਭਾਗੀਦਾਰ ਹੋਣਾ ਚਾਹੀਦਾ, ਤਾਂ ਕਿ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ। ਦੂਜੀ ਗੱਲ, ਲੋਕ ਵੀ ਨੇ, ਆਫਟਰ ਆਲ ਜਨਤਕ ਜਥੇਬੰਦੀਆਂ, ਟਰੇਡ ਯੂਨੀਅਨਾਂ, ਆਮ ਲੋਕ, ਸਿਵਲ ਸੁਸਾਇਟੀ, ਸਾਰੇ ਲੋਕ ਨੇ। ਉਹਨਾਂ ਨੂੰ ਵੀ ਪਤਾ ਕਿ ਜਾਲੀ ਵਾਅਦੇ ਕਰ ਰਿਹਾ, ਇਹਨਾਂ ਤੋਂ ਨਹੀਂ ਹੋਣਾ, ਤਾਂ ਉਦੋਂ ਸਵਾਲ ਕਿਉਂ ਨਹੀਂ ਪੁੱਛੇ ਜਾਂਦੇ ਸੱਥ 'ਚ ਆਏ ਲੀਡਰਾਂ ਨੂੰ? ਇਸ ਲਈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਉਹ ਆਗੂ ਜਿਹੜਾ ਤੁਹਾਡੇ ਕੋਲ ਇਹ ਗੱਲ ਕਰਕੇ ਭਾਸ਼ਣ ਦੇ ਕੇ ਜਾਂਦਾ ਹੈ, ਉਹਦਾ ਪਿਛੋਕੜ ਤੇ ਫਿਊਚਰ ਦੋਨਾਂ ਦੇ ਤਾਲਮੇਲ ਤੇ ਆਧਾਰ ਤੇ ਸਵਾਲ ਜਿੰਨਾ ਚਿਰ ਨਹੀਂ ਪੁੱਛੇ ਜਾਣਗੇ ਉਨਾ ਚਿਰ ਰੀਅਲ ਵਾਅਦੇ ਨਹੀਂ ਕੀਤੇ ਜਾ ਸਕਦੇ। ਇਸ ਲਈ ਡੈਮੋਕ੍ਰੇਸੀ ਦੋ ਪਾਸਿਆਂ ਤੋਂ ਚੱਲਦੀ ਹੈ। ਲੋਕਾਂ ਦੀ ਜਾਗਰੂਕਤਾ ਬਹੁਤ ਵੱਡਾ ਸਵਾਲ ਹੈ। ਉਹੀ ਸਾਰੇ ਨੌਜਵਾਨ ਇਕੱਠੇ ਹੋ ਕੇ ਚੋਣਾਂ ਦੇ ਦੌਰਾਨ ਕਿਉਂ ਸਾਰੇ ਲੀਡਰਾਂ ਨੂੰ ਇਹ ਨਹੀਂ ਕਹਿੰਦੇ ਕਿ ਆ ਤੂੰ ਬਣਾਇਆ, ਸਾਨੂੰ ਦੱਸ ਤੇਰੇ ਕੋਲ ਖਾਕਾ ਕੀ ਹੈ, ਕਿਵੇਂ ਦੇਂਗਾ ਰੁਜ਼ਗਾਰ, ਕਿਹੜੇ ਪਾਸੇ ਦੇਂਗਾ, ਸਰਵਿਸ ਖੇਤਰ 'ਚ ਕਿੱਥੇ ਹੈ ਤੇਰੇ ਕੋਲ ਰੁਜ਼ਗਾਰ? ਤੇ ਜੇ ਉਹਦਾ ਸਵਾਲ ਦਾ ਜਵਾਬ ਉੱਥੇ ਮੌਕੇ 'ਤੇ ਉਹਦੇ ਕੋਲ ਹੋਏਗਾ ਤਾਂ ਤੁਸੀਂ ਕਹੋ ਲਿਖਾ ਕੇ ਲੈ ਲਓ, ਨਹੀਂ ਤਾਂ ਨਹੀਂ ਹੋਏਗਾ ਤਾਂ ਆਪੀ ਜਵਾਬਦੇਹ ਹੋਏਗਾ ਕਿ ਨਹੀਂ ਮੇਰੇ ਕੋਲ ਹੈ ਨਹੀਂ ਹੈ, ਤਾਂ ਪਹਿਲਾਂ ਹੀ ਪਤਾ ਲੱਗ ਜਾਏਗਾ। ਇਸ ਲਈ ਉਹ ਦੂਜਾ ਪਾਸਾ ਵੀ ਜਿਹੜਾ ਇੱਕ ਕਰਨ ਦੀ ਲੋੜ ਹੈ। ਤੇ ਅਗਲੀ ਗੱਲ ਇਹ ਸਵਾਲ ਹੈ ਕਿ ਰੁਜ਼ਗਾਰ ਤਾਂ ਹੁਣ 5.5 ਲੱਖ ਦੇ ਕਰੀਬ ਗੌਰਮੈਂਟ ਮੁਲਾਜ਼ਮ ਸੀਗੇ ਪੰਜਾਬ ਦੇ ਵਿੱਚ ਪਹਿਲਾਂ, ਤੇ ਹੁਣ ਇਹ 2.25 ਲੱਖ ਦੇ ਕਰੀਬ ਰਹਿ ਗਿਆ, ਕਿਉਂਕਿ ਲੰਮੇ ਸਮੇਂ ਬਾਅਦ ਇਹ ਪੋਸਟਾਂ ਘਟਾਈਆਂ ਹੀ ਜਾ ਰਹੀਆਂ ਨੇ, ਨਵੀਆਂ ਭਰੀਆਂ ਨਹੀਂ ਜਾ ਰਹੀਆਂ। ਕਾਲਜਾਂ ਦਾ ਹਾਇਰ ਐਜੂਕੇਸ਼ਨ ਦਾ ਹਾਲ ਤੁਸੀਂ ਦੇਖ ਲਓ, ਤੇ 15% ਬੰਦੇ ਰੈਗੂਲਰ ਸਟਾਫ 'ਚ ਰਹਿ ਗਏ ਸਾਰੇ। 1783 ਦੇ ਕਰੀਬ ਟੋਟਲ ਸਟਰੈਂਥ ਹੈ, ਔਰ ਇਹ ਵੀ ਪੁਰਾਣੀਆਂ 96 ਤੋਂ ਪਹਿਲਾਂ ਦੀ, ਮਤਲਬ ਕੋਈ ਹੁਣ ਨਵੀਂ ਨਹੀਂ। ਨਵੇਂ ਤਾਂ ਹਾਲਾਂਕਿ ਵਧਣੀ ਚਾਹੀਦੀ ਸੀ ਗਿਣਤੀ ਉਹਨਾਂ ਦੀ ਸੈਂਕਸ਼ਨ ਪੋਸਟਾਂ ਦੀ। ਜੇ ਤੁਸੀਂ ਕਾਲਜਾਂ ਦੀ ਗਿਣਤੀ ਵਧਾਤੀ ਤਾਂ ਸਟਾਫ ਵੀ ਤਾਂ ਵਧਣਾ ਚਾਹੀਦਾ, ਉਹ ਵੀ ਨਹੀਂ ਵਧਾਇਆ। ਪਰ ਇਹਦੇ ਬਾਵਜੂਦ ਰੈਗੂਲਰ ਸਟਾਫ ਹੀ ਤੁਹਾਡੇ ਕੋਲ ਹੈ ਨਹੀਂ ਹੈ, ਭਰਤੀ ਉਹਨੂੰ ਤੁਸੀਂ ਕੀਤੇ, ਰੁਜ਼ਗਾਰ ਕਿੱਥੋਂ ਦਿਓਗੇ? ਕਿਹੜੇ ਮਾਮਲੇ 'ਚ? ਅੱਜ ਦਾ ਨਹੀਂ, 96 ਦਾ ਮੁੜ ਕੇ ਭਰਤੀ ਨਹੀਂ ਹੋਈ, ਤੇ ਵੱਖ-ਵੱਖ ਸਰਕਾਰਾਂ ਆਈਆਂ।
ਇਹ ਸਵਾਲ ਕੋਈ ਪੁੱਛ ਰਿਹਾ, ਕਿੱਥੇ ਹੈ ਸਵਾਲ, ਉਹਦਾ ਜਵਾਬ ਕਿੱਥੇ ਹੈ ਸਰਕਾਰਾਂ ਕੋਲ, ਕਿਉਂ ਨਹੀਂ ਦੇ ਰਹੀਆਂ ਸਰਕਾਰਾਂ? ਇਸ ਕਰਕੇ ਇਹ ਜਿਹੜਾ ਸਾਰਾ ਸਵਾਲ ਹੈ ਕਿ ਰੁਜ਼ਗਾਰ ਦਿੱਤਾ ਨਹੀਂ ਜਾ ਸਕਦਾ, ਗੌਰਮੈਂਟਾਂ ਦੇ ਵਿੱਚ ਗੌਰਮੈਂਟਾਂ ਨੇ ਆਪਣਾ ਪੱਖ ਸੰਗੋੜਨਾ ਸ਼ੁਰੂ ਕਰਤਾ। ਗੌਰਮੈਂਟਾਂ ਸਿਹਤ 'ਚੋਂ ਨਿਕਲ ਰਹੀਆਂ ਨੇ, ਪ੍ਰਾਈਵੇਟ 'ਤੇ ਨਿਰਭਰ ਹੋ ਜਾਓ। ਗੌਰਮੈਂਟਾਂ ਸਿੱਖਿਆ 'ਚੋਂ ਨਿਕਲ ਰਹੀਆਂ ਨੇ, ਪ੍ਰਾਈਵੇਟ 'ਤੇ ਨਿਰਭਰ ਹੋ ਜਾਓ। ਗੌਰਮੈਂਟਾਂ ਹਰ ਖੇਤਰ 'ਚੋਂ ਬਾਹਰ ਜਾ ਰਹੀਆਂ ਨੇ। ਜੇ ਬਾਹਰ ਜਾ ਰਹੀਆਂ ਨੇ ਤਾਂ ਰੁਜ਼ਗਾਰ ਕਿਵੇਂ ਦਿਓਗੇ ਗੌਰਮੈਂਟ ਖੇਤਰ ਦੇ ਵਿੱਚ? ਇਸ ਕਰਕੇ ਇਹ ਸੰਭਵ ਨਹੀਂ ਹੈ। ਇਹ ਕੰਟਰਾਸਟ ਸਵਾਲ ਹੈ, ਜਿਹੜੇ ਸਵਾਲ ਪੁੱਛੇ ਜਾਣੇ ਬਣਦੇ ਨੇ। ਹਮੀਰ ਜੀ, ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਬਿਕਾਜ਼ ਸਰਕਾਰ ਸਰਕਾਰੀ ਖੇਤਰ 'ਚ ਨੌਕਰੀਆਂ ਦੇਣ ਲਈ ਬੇਰੁਜ਼ਗਾਰਾਂ ਤੋਂ ਫੀਸ ਦੇ ਨਾਂ 'ਤੇ ਜਿਹੜਾ ਹੈਗਾ ਲੱਖਾਂ ਰੁਪਏ ਕਰੋੜਾਂ ਰੁਪਏ ਬਟੋਰ ਲੈਂਦੀਆਂ ਨੇ, ਪਰ ਪਤਾ ਨਹੀਂ ਰੁਜ਼ਗਾਰ ਉਹਨਾਂ ਨੂੰ ਮਿਲ ਪਾਉਂਦਾ ਵੀ ਹੈ ਨਹੀਂ। ਇਸ ਦੇ ਨਾਲ ਹੀ ਅਸੀਂ ਇਹ ਜਾਣਨਾ ਚਾਹਾਂਗੇ ਬਿਕਾਜ਼ ਸਰਕਾਰ ਨੇ ਗੈਰ ਸਰਕਾਰੀ ਸੰਗਠਨਾਂ ਦੇ ਵਿੱਚ ਜਿਹੜਾ ਹੈਗਾ ਰੁਜ਼ਗਾਰ ਨੂੰ ਲੈ ਕੇ ਕੋਈ ਹੁਣ ਤੱਕ ਪਾਲਿਸੀ ਤਿਆਰ ਕੀਤੀ ਹੋਈ ਹੈ ਜਾਂ ਨਹੀਂ? ਹਾਂ ਬਿਲਕੁਲ, ਜਿਹੜੇ ਗੌਰਮੈਂਟ ਤਾਂ ਬੜੀ ਵਾਰ ਇਹ ਸਾਰੇ ਸਾਡੇ ਸੂਬੇ 'ਚ ਤਾਂ ਖਾਸ ਤੌਰ 'ਤੇ ਬਾਕੀ ਦੇਸ਼ ਦੇ ਵਿੱਚ ਵੀ, ਤੁਸੀਂ ਜਦੋਂ ਕੋਈ ਨੌਕਰੀ ਕੱਢਦੇ ਵੀ ਹੋ ਤਾਂ ਤੁਸੀਂ ਕਹਿ ਰਹੇ ਹੋ ਮੈਂ ਇੰਨੇ ਦਾ ਡਰਾਫਟ ਲੱਗੂਗਾ, ਬੈਂਕ ਡਰਾਫਟ 500 ਦਾ ਲੱਗੂਗਾ, 200 ਦਾ ਲੱਗੂਗਾ, ਕਿਤੇ ਕਿਤੇ 1000 ਦਾ ਲੱਗੂਗਾ ਤੇ ਆਹ ਲੱਗੂ। ਔਰ ਹਜ਼ਾਰਾਂ ਸੈਂਕੜੇ ਵਾਰੀ ਇਹ ਵਾਪਰ ਰਿਹਾ ਕਿ ਉਹ ਪੋਸਟ ਨਿਕਲਦੀ ਹੈ, ਲੋਕਾਂ ਤੋਂ ਡਰਾਫਟ ਕਰੋੜਾਂ ਰੁਪਇਆ ਤੁਸੀਂ ਉਗਰਾ ਲੈਂਦੇ ਹੋ, ਮੁੜ ਕੇ ਭਰਤੀ ਉਹ ਨਹੀਂ ਹੁੰਦੀ। ਕਰੋੜਾਂ ਰੁਪਏ ਜਿਹੜੇ ਇਸ ਲੈਵਲ ਤੇ ਹੜੱਪੇ ਜਾ ਰਹੇ ਨੇ ਆਮ ਲੋਕਾਂ ਦੇ ਵਿੱਚੋਂ, ਇਹ ਬਹੁਤ ਹੀ ਮਤਲਬ ਉਹਨਾਂ ਲੋਕਾਂ ਦਾ ਸ਼ੋਸ਼ਣ ਹੈ ਵੱਡੇ ਪੱਧਰ ਦੇ ਉੱਤੇ, ਜਿਨ੍ਹਾਂ ਕੋਲ ਪਹਿਲਾਂ ਹੀ ਪੈਸਾ ਨਹੀਂ, ਬੇਰੁਜ਼ਗਾਰ ਨੇ। ਤਾਂ ਤੁਸੀਂ ਕਿਉਂ ਉਹਨਾਂ ਤੋਂ ਇਹ ਵਸੂਲੀ ਕਿਸ ਤਰੀਕੇ ਨਾਲ ਕਰਦੇ ਹੋ? ਗੁੰਡਾ ਟੈਕਸ ਟਾਈਪ ਹੋ ਜਾਂਦਾ ਫਿਰ ਤਾਂ। ਤੁਸੀਂ ਘੱਟੋ ਘੱਟ ਰੁਜ਼ਗਾਰ ਦਿਓ, ਜਦੇ ਇੰਟਰਵਿਊ ਲਓ, ਜਿੰਨੇ ਲੱਗੇ ਤਾਂ ਠੀਕ ਹੈ, ਜਦ ਤੱਕ ਕੋਈ ਗੱਲ ਬਣੇ ਉਹਦੀ। ਜਦੋਂ ਤੁਸੀਂ ਉਹਦੇ ਕੱਢਦੇ ਵੀ ਨਹੀਂ ਤਾਂ ਉਹ ਵਿਆਜ ਵਾਪਸ ਹੋਣੇ ਚਾਹੀਦੇ ਨੇ, ਲੀਗਲੀ ਕੋਈ ਲਾਭ ਬਣਨਾ ਚਾਹੀਦਾ ਕਿ ਤੁਸੀਂ ਉਹ ਨੌਕਰੀਆਂ ਨਹੀਂ ਦਿੱਤੀਆਂ, ਉਹ ਭਰਤੀ ਨਹੀਂ ਕੀਤੇ, 6 ਮਹੀਨੇ ਲੰਘ ਗਏ ਤਾਂ ਉਸ ਤੋਂ ਬਾਅਦ ਵਿਆਜ ਸਮੇਤ ਵਾਪਸ ਕਰੋ ਅਗਲੇ ਦਾ ਪੈਸਾ ਜੇਕਰ ਕਰਦੇ ਹੋ। ਵੈਸੇ ਤਾਂ ਉਹ ਰੱਖਣ ਦੀ ਉਹ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਆਪਣੇ ਕੋਲੋਂ ਸਰਕਾਰ ਫਿਰ ਜਿਹੜੇ ਲੋਕਾਂ ਤੋਂ ਆਮ ਟੈਕਸ ਲੈਂਦੀ ਹੈ, ਉਹ ਜਿਹੜੇ ਕਾਗਜ਼ ਭਰਨੇ ਨੇ ਜਾਂ ਬਾਕੀ ਉਹਦਾ ਪ੍ਰਬੰਧ ਉਹਨਾਂ ਟੈਕਸਾਂ 'ਚੋਂ ਕਿਉਂ ਨਹੀਂ ਕਰਦੀ? ਨਵਾਂ ਟੈਕਸ ਹੀ ਹੋ ਗਿਆ ਨਾ ਉਹ ਤਾਂ, ਇੱਕ ਤਰ੍ਹਾਂ ਦਾ ਕਿ ਤੁਸੀਂ ਲਓਗੇ ਤਾਂ ਭਰੋ। ਔਰ ਅਗਲੀ ਗੱਲ ਇਹ ਹੈ ਕਿ ਜਿਹੜੀਆਂ ਤੁਸੀਂ ਓਵਰਆਲ ਰੁਜ਼ਗਾਰ ਦੀ ਜਿਹੜਾ ਮੌਜੂਦਾ ਡਿਵੈਲਪਮੈਂਟ ਦਾ ਮਾਡਲ ਹੈ, ਵਿਕਾਸ ਦਾ ਤੌਰ ਤਰੀਕਾ ਹੈ, ਇਹਨੂੰ ਮਤਲਬ ਰੁਜ਼ਗਾਰ ਖੋਹਣ ਵਾਲੇ ਮਾਡਲ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਜਿਹੜਾ ਇੰਪਲਾਇਮੈਂਟ ਲਾਸ ਦਾ ਮਾਡਲ ਹੈ, ਨਵੀਆਂ ਨੌਕਰੀਆਂ ਨਹੀਂ ਇਹ ਪੈਦਾ ਕਰ ਰਿਹਾ, ਕਿਉਂਕਿ ਨੌਕਰੀਆਂ ਇਸ ਕਰਕੇ ਨਹੀਂ ਪੈਦਾ ਹੋ ਰਹੀਆਂ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਜਿੱਥੇ ਕਿਤੇ ਕੰਮ ਮਿਲਦਾ ਸੀ, ਫੈਕਟਰੀਆਂ ਦੇ ਵਿੱਚ, ਹੋਰਾਂ ਥਾਵਾਂ 'ਤੇ, ਪ੍ਰਾਈਵੇਟ ਖੇਤਰਾਂ ਦੇ ਵਿੱਚ, ਉੱਥੇ ਤਕਨੀਕ ਇੰਨੀ ਜ਼ਿਆਦਾ ਵਰਤੋਂ 'ਚ ਆਉਣ ਲੱਗ ਗਈ ਹੈ। ਹੁਣ ਰੋਬੋਟ ਆਉਣ ਲੱਗ ਗਿਆ ਹੈ, ਜਿਹਨੂੰ ਅਸੀਂ ਮਸਨੂਈ ਬੌਧਿਕਤਾ ਕਹਿੰਦੇ ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ। ਉੱਥੇ ਬੰਦਿਆਂ ਦੀ ਲੋੜ ਹੀ ਨਹੀਂ ਹੈ, ਔਰ ਬੰਦੇ ਕੱਢ ਦਿੱਤੇ ਗਏ ਨੇ, ਮਸ਼ੀਨਾਂ ਆ ਗਈਆਂ ਤਾਂ ਰੁਜ਼ਗਾਰ ਤੋਂ ਸੱਖਣੇ ਹੋ ਗਏ ਜਿਹੜੇ ਬੰਦੇ ਨੇ। ਜਿਹੜੇ ਹੈਗੇ ਨੇ ਪ੍ਰਾਈਵੇਟ ਖੇਤਰ ਦੇ, ਉੱਥੇ ਕੋਈ ਸਖਤ ਲਾਅ ਨਹੀਂ ਹੈ, ਜੇ ਲਾਅ ਬਣਿਆ ਹੋਇਆ ਤਾਂ ਉਹ ਲਾਗੂ ਨਹੀਂ ਹੋ ਰਿਹਾ। ਜਿਵੇਂ ਹੁਣ MA PhD ਕਰਕੇ ਲੋਕ MPhil ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੈਜੋਰਟੀ ਸਕੂਲ ਕੋਈ 5000 ਰੁਪਇਆ ਦਿੰਦਾ, ਕੋਈ 7000 ਰੁਪਇਆ ਦਿੰਦਾ, ਕੋਈ 10000 ਰੁਪਇਆ ਦਿੰਦਾ, ਉਹਦੇ ਨਾਲ ਰੋਜੀ ਰੋਟੀ ਕਿਵੇਂ ਚੱਲੇਗੀ? ਤੇ ਉੱਥੇ ਕੋਈ ਗੱਲ ਨਹੀਂ। ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸ਼ੋਸ਼ਣ ਹੋ ਰਿਹਾ, ਇਸੇ ਤਰ੍ਹਾਂ ਬਾਕੀ ਦੇ ਖੇਤਰ ਜਿਹੜੇ ਪ੍ਰਾਈਵੇਟ ਨੇ, ਬਲਕਿ ਸਰਕਾਰਾਂ ਤਾਂ ਉਹਨਾਂ ਖੇਤਰਾਂ ਦੇ ਵਿੱਚੋਂ ਲੋਕਾਂ ਦਾ ਹੱਕ ਜਿਹੜਾ ਲੜ ਕੇ ਲਿਆ ਉਹਨੂੰ ਵੀ ਖਤਮ ਕਰ ਰਿਹਾ। ਹੁਣ ਇੱਕ ਖਬਰ ਛਪੀ ਹੈ, ਪਹਿਲਾਂ ਜਿਹੜੇ 40 ਦੇ ਕਰੀਬ ਲੇਬਰ ਐਕਟ ਸੀ, ਜਿਹੜੇ ਲੋਕਾਂ ਨੂੰ ਹੱਕ ਦਿੰਦੇ ਸੀ ਵੀ ਇੰਨੇ ਘੰਟੇ ਕੰਮ ਕਰਨਾ ਹੈ, ਬੋਨਸ ਦੇਣਾ ਹੈ, ਪੈਨਸ਼ਨ ਦਾ, ਬਾਕੀ ਸਾਰਾ, ਉਹ 4 ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ ਹੁਣੇ, ਤੇ ਉਹਦੇ 'ਚੋਂ ਸਾਰੇ ਹੱਕ ਉਹਨਾਂ ਦੇ ਵਾਪਸ ਲਏ ਜਾ ਰਹੇ ਨੇ ਜਿੰਨੇ ਵੀ ਬਾਕੀ ਦੇ ਨੇ। ਇਸ ਲਈ ਸਰਕਾਰਾਂ ਤਾਂ ਹੁਣ ਕਾਰਪੋਰੇਟ ਨੂੰ ਫਾਇਦਾ ਦੇਣ ਦੇ ਵਾਸਤੇ ਆਮ ਲੋਕਾਂ ਦੇ ਖਿਲਾਫ ਕਾਨੂੰਨ ਪਾਸ ਕਰ ਰਹੀਆਂ ਨੇ। ਇਹ ਮਾਡਲ ਡਿਵੈਲਪਮੈਂਟ ਦਾ ਉੱਧਰ ਜਾ ਰਿਹਾ। ਜਿੰਨਾ ਚਿਰ ਇਸ ਰਾਹ ਚੱਲਿਆ ਜਾਊਗਾ ਉਨਾ ਚਿਰ ਸਭ ਨੂੰ ਰੁਜ਼ਗਾਰ ਮਿਲੇ, ਇਹ ਸੰਭਵ ਨਹੀਂ ਹੋ ਸਕਦਾ। ਇਹਦੇ ਬਾਰੇ ਇਸ ਕਰਕੇ ਸਮੁੱਚੇ ਤੌਰ 'ਤੇ ਵਿਕਾਸ ਦੇ ਮਾਡਲ ਬਾਰੇ ਸੋਚਣਾ ਪਏਗਾ। ਵਿਕਾਸ ਦਾ ਮਾਡਲ ਜਿਹੜਾ ਰੁਜ਼ਗਾਰ ਪੈਦਾ ਕਰੇ, ਜਿਹੜਾ ਸਭ ਦੇ ਮਨੁੱਖ ਦਾ ਸਨਮਾਨ ਕਰੇ, ਜਿਹੜਾ ਬਨਸਬਨਤਾ ਦੇ ਵਿੱਚ ਯਕੀਨ ਕਰੇ, ਉਸ ਪੱਧਰ ਦੇ ਉੱਤੇ ਵੀ ਇੱਕ ਡਿਬੇਟ, ਇੱਕ ਬਹਿਸ ਦੀ ਲੋੜ ਹੈ ਲੰਮੇ ਸਮੇਂ ਦੇ ਵਾਸਤੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।